ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਵਿੱਚ ਪੰਜਾਬੀ ਵਿਆਕਰਨ ਪ੍ਰਭਾਵਸ਼ਾਲੀ ਲਿਖਣ ਕੌਸ਼ਲ ਦੇ ਵਿੱਚ ਲੇਖ ਲਿਖਣ ਬਾਰੇ ਜਾਣਕਾਰੀ ਹਾਸਲ ਕਰਾਂਗੇ। ਬੇਟੇ ਜਿਹੜੇ ਤੁਹਾਨੂੰ ਲੇਖ ਆਣੇ ਹੈਗੇ ਇਹ ਤੁਹਾਨੂੰ ਵਿਚਾਰ ਪ੍ਰਧਾਨ ਲੇਖ ਤੇ ਆਮ ਵਿਸ਼ਿਆਂ ਤੇ ਲੇਖ ਆਣੇ। ਵਿਚਾਰ ਪ੍ਰਧਾਨ ਮਤਲਬ ਕਿਸੇ ਵੀ ਕੋਈ ਮੁਸ਼ਕਲ ਨੂੰ ਜਾਂ ਕਿਸੇ ਵੀ ਤੁਕ ਨੂੰ ਉਹਨੂੰ ਸੋਲਵ ਕਰਨਾ। ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਤੁਕ ਜਿਸ ਨੂੰ ਆਪਾਂ ਅੱਜ ਕਰਾਂਗੇ, ਮਨ ਜੀਤੇ ਜਗਜੀਤ। ਇਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਕਿਸ ਤਰ੍ਹਾਂ ਕਿਹਾ ਹੈ ਕਿ ਅਸੀਂ ਇਸ ਜੱਗ ਨੂੰ ਕਿਸ ਤਰ੍ਹਾਂ ਜਿੱਤ ਸਕਦੇ ਹਾਂ, ਉਸ ਬਾਰੇ ਉਸ ਵਿਸ਼ੇ 'ਤੇ ਆਧਾਰਿਤ ਉਸ 'ਤੇ ਆਪਾਂ ਵਿਚਾਰ ਕਰਾਂਗੇ। ਮਨ ਜੀਤੇ ਜਗਜੀਤ। ਇਹਦੇ ਵਿੱਚ ਪਹਿਲਾ ਰੂਪ ਰੇਖਾ ਹੈ। ਪਹਿਲਾਂ ਤਾਂ ਆਪਾਂ ਉਹਦੀ ਭੂਮਿਕਾ ਬਾਰੇ ਦੱਸਾਂਗੇ ਵੀ ਇਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹਨਾਂ ਦੀ ਲਿਖੀ ਹੋਈ ਤੁਕ ਹੈ, ਇਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕੀ ਕਹਿਣਾ ਚਾਹੁੰਦੇ ਹਨ। ਫਿਰ ਮਨ ਕੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਨ ਬਾਰੇ ਦੱਸਿਆ ਵੀ ਮਨ ਕੀ ਚੀਜ਼ ਹੈ। ਫਿਰ ਮਨ ਉੱਤੇ ਕਾਬੂ ਕਿਵੇਂ ਪਾਉਣਾ ਹੈ। ਜੋ ਅਸੀਂ ਇਸ ਦੁਨੀਆ ਦੇ ਵਿੱਚ ਸਾਰਾ ਕੁਝ ਕਰ ਰਹੇ ਹਾਂ, ਇਹ ਅਸੀਂ ਨਹੀਂ ਕਰ ਰਹੇ, ਸਾਨੂੰ ਕੌਣ ਕਰਵਾ ਰਿਹਾ? ਸਾਡਾ ਮਨ ਕਰਵਾ ਰਿਹਾ। ਇਹ ਜਿਹੜੇ ਅਸੀਂ ਭੈੜੇ ਖੋਟੇ ਕਰਮ ਕਰਦੇ ਹਾਂ, ਇਹ ਵੀ ਸਾਨੂੰ ਕੌਣ ਕਰਵਾ ਰਿਹਾ? ਇਹ ਸਾਡਾ ਮਨ ਹੀ ਸਾਨੂੰ ਭੈੜੇ ਖੋਟੇ ਕਰਮ ਕਰਵਾ ਰਿਹਾ ਹੈ। ਫਿਰ ਜਿਹੜੀਆਂ ਸਾਡੀਆਂ ਇੱਛਾਵਾਂ ਹੈ, ਜਿਹੜੀਆਂ ਹੁਣ ਸਾਡੀ ਇੱਛਾ ਦਿਨ ਬ ਦਿਨ ਜਿਹੜੀ ਹੈ ਵੱਧਦੀ ਜਾਂਦੀ ਹੈ, ਅਤੇ ਇਹ ਇੱਛਾ ਨੂੰ ਕੌਣ ਹੈ? ਇਹ ਜਿਹੜੀਆਂ ਇੱਛਾਵਾਂ ਪੈਦਾ ਹੋਣਾ ਹੀ ਸਾਡੇ ਦੁੱਖਾਂ ਦਾ ਇੱਕ ਕਾਰਨ ਹੈ। ਕਿਉਂ ਅਸੀਂ ਸੰਸਾਰ ਵਿੱਚ ਸੁਖੀ ਕਿਉਂ ਨਹੀਂ ਰਹਿੰਦੇ? ਕਿਉਂਕਿ ਸਾਡੀ ਇੱਕ ਇੱਛਾ ਪੂਰੀ ਹੁੰਦੀ ਹੈ ਤਾਂ ਅਸੀਂ ਅਗਲੀ ਇੱਛਾ ਰੱਖ ਦਿੰਦੇ ਹਾਂ ਵੀ ਸਾਡੀ ਆਹ ਵਾਲੀ ਇੱਛਾ ਵੀ ਪੂਰੀ ਹੋ ਜਾਵੇ। ਜਿੱਥੇ ਹੀ ਸਾਡੀ ਕੋਈ ਇੱਛਾ ਪੂਰੀ ਨਹੀਂ ਹੁੰਦੀ, ਉੱਥੇ ਉਹੀ ਸਾਡੀ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਫਿਰ ਮਨ 'ਤੇ ਕਾਬੂ ਪਾਉਣ ਦਾ ਕੀ ਲਾਭ ਹੈ? ਜੇ ਅਸੀਂ ਆਪਣੇ ਮਨ ਨੂੰ ਕੰਟਰੋਲ 'ਚ ਰੱਖ ਲਾਂਗੇ, ਮਨ 'ਤੇ ਕਾਬੂ ਪਾ ਲਵਾਂਗੇ, ਤਾਂ ਇਸ ਨਾਲ ਸਾਨੂੰ ਕੀ ਲਾਭ ਮਿਲੇਗਾ? ਅਤੇ ਫਿਰ ਜੇ ਮਨ ਨੂੰ ਕਾਬੂ ਪਾ ਲਿਆ ਤਾਂ ਇਟ ਮੀਨਸ ਕਿ ਆਪਾਂ ਮਨ ਨੂੰ ਜਿੱਤ ਲਿਆ। ਜਦੋਂ ਮਨ ਨੂੰ ਜਿੱਤ ਲਿਆ ਤਾਂ ਉਹਦੇ ਨਾਲ ਸਾਨੂੰ ਕੀ ਲਾਭ ਮਿਲੇਗਾ, ਉਸ ਬਾਰੇ ਪੜ੍ਹਾਂਗੇ। ਤਾਂ ਇਸ ਦਾ ਅਖੀਰ 'ਤੇ ਸਾਰਾਂਸ਼, ਇਹ ਸਾਰਾ ਮਨ ਜੀਤੇ ਜਗਜੀਤ ਜਿਹੜਾ ਲੇਖ ਹੈ, ਉਹਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਬਾਰੇ ਆਪਾਂ ਅੱਜ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਭੂਮਿਕਾ। ਇਹ ਮਨ ਜੀਤੇ ਜਗਜੀਤ ਕਿਹਨਾਂ ਦੀ ਤੁਕ ਹੈ? ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਕੋਈ ਤੁਕ ਹੈ, ਅਤੇ ਇਹ ਉਹਨਾਂ ਨੇ ਜਪਜੀ ਸਾਹਿਬ ਦੀ 27ਵੀਂ ਪੌੜੀ ਵਿੱਚ ਦਰਜ ਹੈ। ਜਪਜੀ ਸਾਹਿਬ ਦੀਆਂ ਜਿਹੜੀਆਂ ਪੌੜੀਆਂ, ਉਹਨਾਂ ਵਿੱਚੋਂ 27ਵੀਂ ਪੌੜੀ ਵਿੱਚ ਮਨ ਜੀਤੇ ਜਗਜੀਤ ਬਾਰੇ ਉਹਨਾਂ ਨੇ ਗੱਲ ਕੀਤੀ ਹੈ। ਇਸ ਵਿੱਚ ਗੁਰੂ ਜੀ ਨੇ ਇੱਕ ਅਟਲ ਸੱਚਾਈ ਨੂੰ ਬਿਆਨ ਕੀਤਾ ਹੈ ਕਿ ਮਨੁੱਖ ਆਪਣੇ ਮਨ 'ਤੇ ਕਾਬੂ ਪਾ ਕੇ ਹੀ ਸਾਰੇ ਸੰਸਾਰ ਨੂੰ ਜਿੱਤਣ ਦੇ ਸਮਰਥ ਹੋ ਜਾਂਦਾ ਹੈ। ਅਸੀਂ ਸਾਰੇ ਸੰਸਾਰ ਨੂੰ ਜਿੱਤ ਨਹੀਂ ਸਕਦੇ, ਕਿਉਂਕਿ ਸੰਸਾਰ ਨੂੰ ਜਿੱਤਣ ਲਈ ਪਹਿਲਾਂ ਸਾਨੂੰ ਆਪਣੇ ਮਨ ਨੂੰ ਜਿੱਤਣਾ ਪਵੇਗਾ। ਜੇ ਅਸੀਂ ਆਪਣੇ ਮਨ ਨੂੰ ਜਿੱਤ ਲਿਆ ਤਾਂ ਅਸੀਂ ਸਾਰੇ ਸੰਸਾਰ 'ਤੇ ਜਿੱਤ ਹਾਸਲ ਕਰ ਲਵਾਂਗੇ ਅਤੇ ਇੱਕ ਸੱਚੇ ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ। ਸੱਚਾ ਆਨੰਦ ਮਤਲਬ ਸੱਚੀ ਖੁਸ਼ੀ ਚੀਜ਼ਾਂ ਹਾਸਲ ਕਰਨ ਵਿੱਚ ਨਹੀਂ। ਅਤੇ ਖੁਸ਼ੀ ਕਦੋਂ ਮਿਲਦੀ ਹੈ? ਜਦੋਂ ਅਸੀਂ ਆਪਣੇ ਮਨ 'ਤੇ ਕਾਬੂ ਪਾ ਲਿਆ, ਮਨ ਨੂੰ ਜਿੱਤ ਲਿਆ ਸੀ। ਤਾਂ ਮਨ ਕੀ ਹੈ? ਹੁਣ ਅੱਜ ਆਪਾਂ ਇਸ ਬਾਰੇ ਪੜ੍ਹਾਂਗੇ। ਪਹਿਲਾਂ ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਰ-ਬਾਰ ਮਨ ਨੂੰ ਜਿੱਤਣ ਲਈ ਗੱਲ ਕੀਤੀ ਹੈ, ਤਾਂ ਇਹ ਮਨ ਹੈ ਕੀ ਹੈ? ਮਨ ਕੀ ਹੈ? ਮਨ ਮਨੁੱਖੀ ਜੀਵ ਦੀ ਇੱਕ ਨਾ ਦਿਸਣ ਵਾਲੀ ਇੱਕ ਤੇ ਅਸ਼ੋਭ ਵਸਤੂ ਹੈ। ਹੁਣ ਮਨ ਕਿਸੇ ਨੇ ਦੇਖਿਆ? ਇਹ ਸਰੀਰ ਦਾ ਆਪਣੀ ਅੰਦਰਲਾ ਹਾਵ ਭਾਵ ਹੈ। ਇਹ ਮਨ ਨੂੰ ਕਿਸੇ ਨੇ ਦੇਖਿਆ ਨਹੀਂ ਹੈ। ਇਹ ਨਾ ਦਿਸਣ ਵਾਲੀ ਤੇ ਅਸ਼ੋਭ ਵਸਤੂ ਹੈ। ਇਹ ਮਨ ਹੀ ਹੈ ਜਿਹਦੇ ਨਾਲ ਸਾਡੇ ਅੰਦਰ ਇੱਛਾਵਾਂ, ਲਾਲਸਾਵਾਂ, ਉਮੰਗਾਂ ਅਤੇ ਸੱਧਰਾਂ ਪਲਦੀਆਂ। ਇਹ ਸਾਰੀਆਂ ਕਿਸ ਕਰਕੇ ਪਲਦੀਆਂ? ਇਹ ਸਾਡਾ ਮਨ ਸਾਨੂੰ ਟਿਕਣ ਨਹੀਂ ਦਿੰਦਾ। ਦੇਖੋ, ਅੱਜ ਆਪਣੇ ਘਰੇ ਕੋਈ ਚੀਜ਼ ਨਹੀਂ, ਅਤੇ ਆਪਾਂ ਪਹਿਲਾਂ ਇੱਛਾ ਹੁੰਦੀ ਸੀ ਵੀ ਸਾਈਕਲ ਹੋਵੇ, ਸਾਈਕਲ ਤੋਂ ਬਾਅਦ ਨਹੀਂ, ਇਸ ਤੋਂ ਬਾਅਦ ਹੁਣ ਸਾਡੇ ਕੋਲ ਸਕੂਟਰੀ ਹੋਵੇ, ਸਕੂਟਰੀ ਤੋਂ ਬਾਅਦ ਨਹੀਂ, ਹੁਣ ਸਾਡੇ ਕੋਲ ਕਾਰ ਹੋਵੇ, ਕਾਰ ਤੋਂ ਬਾਅਦ ਨਹੀਂ, ਸਾਡੇ ਕੋਲ ਲਗਜ਼ਰੀ ਗੱਡੀਆਂ ਹੋਣ। ਤਾਂ ਇਹ ਜਿਹੜੀਆਂ ਇੱਛਾਵਾਂ ਹੈ, ਇਹ ਸਾਡੀਆਂ ਦਿਨ ਬ ਦਿਨ ਵੱਧਦੀਆਂ ਜਾਂਦੀਆਂ ਹਨ। ਅਤੇ ਇਹ ਇੱਛਾਵਾਂ ਨੂੰ ਕੌਣ ਵਧਾ ਰਿਹਾ ਹੈ? ਸਾਡਾ ਮਨ ਹੀ ਸਾਨੂੰ ਬਾਰ-ਬਾਰ ਇਹ ਖੇਲ ਅਤੇ ਨਾਚ ਨਚਾ ਰਿਹਾ ਹੈ। ਮਨ ਦੇ ਹੁਕਮ ਅਨੁਸਾਰ ਹੀ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ। ਜਿਹੜੀਆਂ ਸਾਡੀਆਂ ਇੰਦਰੀਆਂ ਹੈਗੀਆਂ, ਇਹ ਸਾਰੀਆਂ ਇਹਦੇ ਅੰਦਰ ਹੀ ਆ ਕੇ, ਮਨ ਦੇ ਅੰਦਰ ਹੀ ਅਧੀਨ ਹੋ ਕੇ ਹੀ ਇਹ ਕੰਮ ਕਰਦੀਆਂ ਹਨ। ਇਸ ਵਿੱਚ ਜਿਵੇਂ ਹੁਣ ਸਾਡਾ ਮਨ ਕਹਿੰਦਾ ਵੀ ਅਸੀਂ ਚੰਗਾ ਖਾਈਏ ਪੀਏ, ਪਹਿਨਣ ਅਤੇ ਹੋਰ ਵਧੀਆ ਜ਼ਿੰਦਗੀ ਜਿਉਣ ਦੀ ਇੱਛਾ ਹੁੰਦੀ ਹੈ। ਅਸੀਂ ਇੱਕ ਚੀਜ਼ ਦੇ ਨਾਲ ਸੰਤੁਸ਼ਟ ਨਹੀਂ ਹੁੰਦੇ। ਸਾਡਾ ਮਨ ਇੱਕ ਚੀਜ਼ ਮਿਲ ਜਾਂਦੀ ਹੈ ਤਾਂ ਦੂਸਰੀ ਚੀਜ਼ ਲਈ ਭਟਕਣ ਲੱਗ ਜਾਂਦਾ ਹੈ, ਤਾਂ ਸਾਨੂੰ ਤੰਗ ਕਰਦਾ ਹੈ। ਇਹਨਾਂ ਇੱਛਾਵਾਂ ਦੀ ਪੂਰਤੀ ਲਈ ਮਨੁੱਖੀ ਮਨ ਜਿਹੜਾ ਹੈ ਹਰਕਤ ਵਿੱਚ ਆਉਂਦਾ ਹੈ। ਜਦੋਂ ਸਾਡੀ ਇੱਛਾ ਰੱਖ ਦਿੰਦਾ ਹੈ ਤਾਂ ਉਹਨਾਂ ਇੱਛਾਵਾਂ ਦੀ ਪੂਰਤੀ ਲਈ ਇਨਸਾਨ ਦਿਨ ਰਾਤ ਦੌੜਦਾ ਫਿਰਦਾ ਹੈ, ਲੋਕਾਂ ਦੇ ਨਾਲ ਚੋਰੀਆਂ ਠੱਗੀਆਂ ਕਰਦਾ ਹੈ, ਕਿਉਂਕਿ ਉਸਨੇ ਆਪਣੀ ਇੱਛਾ ਦੀ ਪੂਰਤੀ ਕਰਨੀ ਹੁੰਦੀ ਹੈ। ਇਹ ਸਾਰਾ ਕੁਝ ਕੌਣ ਕਰਾਉਂਦਾ ਹੈ? ਸਾਨੂੰ ਸਾਡਾ ਮਨ ਹੀ ਕਰਾ ਰਿਹਾ ਹੈ। ਅਤੇ ਪਰੰਤੂ ਜਦੋਂ ਜਿਹੜੀ ਇੱਛਾ ਦੀ ਜਦੋਂ ਪੂਰਤੀ ਨਹੀਂ ਹੁੰਦੀ ਤਾਂ ਅਸੀਂ ਕੀ ਹੈ, ਇਹ ਮਨ ਕੀ ਹੈ, ਦੁਖੀ ਹੋ ਜਾਂਦਾ। ਜਦੋਂ ਮਨ ਦੁਖੀ ਹੁੰਦਾ ਤਾਂ ਅਸੀਂ ਆਪ ਦੁਖੀ ਹੋ ਜਾਂਦੇ ਹਨ। ਇਸ ਲਈ ਕਹਿੰਦੇ ਹਨ ਕਿ ਮਨੁੱਖੀ ਮਨ ਕੀ ਹੈ? ਪਾਰੇ ਵਾਂਗ ਚੰਚਲ ਅਤੇ ਹਵਾ ਨਾਲੋਂ ਵੀ ਤੇਜ਼ ਦੌੜਦਾ ਹੈ।
ਕਹਿੰਦੇ ਇਹਦੀ ਮਤਲਬ ਕੋਈ ਰਫਤਾਰ ਇਹਦੀ ਇੰਨੀ ਤੇਜ਼ ਹੈ ਕਿ ਇਸ ਨੂੰ ਪਕੜ 'ਚ ਨਹੀਂ ਆਉਂਦਾ। ਮਨ ਜਲਦੀ ਦੇਣੇ ਕਿਸੇ ਦੇ ਕੰਟਰੋਲ ਦੇ ਵਿੱਚ ਨਹੀਂ ਆਉਂਦਾ। ਮਨ ਦੀ ਤੁਲਨਾ ਇੱਕ ਅਜਿਹੇ ਘੋੜੇ ਨਾਲ, ਅਥਰੇ ਘੋੜੇ ਨਾਲ ਕੀਤੀ ਜਾਂਦੀ ਹੈ ਜੋ ਇੱਧਰ ਉੱਧਰ ਨੱਚਦਾ ਟੱਪਦਾ ਰਹਿੰਦਾ ਹੈ, ਅਤੇ ਮਨੁੱਖੀ ਮਨ ਹੀ ਹੈ ਜੋ ਮਨੁੱਖ ਨੂੰ ਚੰਗੇ ਬੁਰੇ ਰਸਤਿਆਂ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਕਈ ਵਾਰੀ ਕੋਈ ਸਾਨੂੰ ਕਹਿੰਦਾ ਵੀ ਨਹੀਂ, ਇਹ ਰਸਤਾ ਜਿਹੜਾ ਤੂੰ ਜਿਸ ਰਸਤੇ 'ਤੇ ਚੱਲ ਰਿਹਾ ਇਹ ਰਸਤਾ ਸਹੀ ਨਹੀਂ, ਇਹ ਰਸਤਾ ਤੈਨੂੰ ਗਲਤ ਸੰਗਤ ਵਿੱਚ ਲੈ ਜਾਏਗਾ, ਪਰੰਤੂ ਸਾਡਾ ਮਨ ਜਿਹੜਾ ਹੈ ਇਹ ਮਨ 'ਤੇ ਡਿਪੈਂਡ ਕਰਦਾ ਹੈ ਕਿ ਇਹ ਸਾਨੂੰ ਚੰਗੇ ਰਸਤੇ ਵੱਲ ਲੈ ਕੇ ਜਾ ਰਿਹਾ ਜਾਵਾਂ। ਅਤੇ ਜੇ ਤਾਂ ਸਾਨੂੰ ਮਨ ਚੰਗੇ ਰਸਤੇ ਵੱਲ ਲੈ ਕੇ ਜਾਣਾ ਚਾਹੁੰਦਾ ਹੋਊਗਾ ਤਾਂ ਅਸੀਂ ਉਸ ਇਨਸਾਨ ਦੀ ਗੱਲ ਸੁਣ ਲਾਂਗੇ, ਜੇ ਨਹੀਂ ਲੈ ਕੇ ਜਾਣਾ ਚਾਹੂਗਾ ਤਾਂ ਅਸੀਂ ਉਸ ਦੀ ਗੱਲ ਨੂੰ ਨਹੀਂ ਸੁਣਾਂਗੇ ਅਤੇ ਅਸੀਂ ਬੁਰੀ ਸੰਗਤ ਦੇ ਵਿੱਚ ਰਹਾਂਗੇ। ਤਾਂ ਮਨ 'ਤੇ ਕਾਬੂ ਕਿਵੇਂ ਪਾਇਆ ਜਾ ਸਕਦਾ? ਹੁਣ ਇਹ ਮਨ ਤਾਂ ਦੱਸਦਾ ਵੀ ਮਨ ਕੀ ਚੀਜ਼ ਹੈ। ਮਨ ਉਹ ਹੈ ਜਿਹੜਾ ਸਾਨੂੰ ਇੱਛਾਵਾਂ ਦੀ ਪੂਰਤੀ ਲਈ ਇੱਧਰ ਉੱਧਰ ਸਾਨੂੰ ਦੌੜਾਈ ਫਿਰ ਰਿਹਾ ਹੈ। ਅਤੇ ਇਸ ਮਨ 'ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ? ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਜਾਂ ਬੁਰਿਆਂ ਕੰਮਾਂ ਤੋਂ ਬਚਣ ਲਈ ਮਨ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਜ਼ਿੰਦਗੀ ਦੇ ਵਿੱਚ ਬੁਰੇ ਕੰਮਾਂ ਤੋਂ ਬਚਣਾ ਹੈ ਅਤੇ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਹੈ, ਤਰੱਕੀ ਦਾ ਮਤਲਬ ਇਹ ਨਹੀਂ ਅਸੀਂ ਅਮੀਰ ਤੋਂ ਹੋਰ ਅਮੀਰ, ਹੋਰ ਅਮੀਰ, ਰੂਹਾਨੀ ਤਰੱਕੀ ਕਰਨੀ ਹੈ, ਪਰਮਾਤਮਾ ਲਈ ਵਧੀਆ ਬਣਨਾ ਹੈ, ਅਸੀਂ ਪਰਮਾਤਮਾ ਦੇ ਹੋਰ ਨੇੜੇ ਹੋਣਾ ਹੈ, ਤਾਂ ਸਾਨੂੰ ਮਨ 'ਤੇ ਕਾਬੂ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰੰਤੂ ਮਨ 'ਤੇ ਕਾਬੂ ਸੌਖਾ ਨਹੀਂ ਪਾਇਆ ਜਾ ਸਕਦਾ ਹੈ। ਜੇਕਰ ਮਨ ਦੀ ਜਿਹੜੀ ਮਨੁੱਖ ਦੀ ਇੱਛਾ ਹੀ ਹੈ, ਇੱਛਾ ਸ਼ਕਤੀ ਬਲਵਾਨ ਹੁੰਦੀ ਹੈ ਤਾਂ ਕੁਝ ਵੀ ਕਰ ਸਕਦਾ ਹੈ, ਤਾਂ ਉਹ ਮਨ ਨੂੰ ਵੀ ਜਿੱਤ ਸਕਦਾ ਹੈ। ਜੇ ਮਨੁੱਖ ਇਨਸਾਨ ਧਾਰ ਲੈਂਦਾ ਹੈ ਵੀ ਜੇ ਮੇਰਾ ਮਨ ਕਰਦਾ ਹੈ ਮੈਂ ਆਪਣਾ ਮਨ ਮਾਰ ਕੇ ਕੰਮ ਕਰੂੰਗਾ, ਮਨ ਮਾਰ ਕੇ ਵੀ ਮਨ, ਹੁਣ ਬੱਚੇ ਪੜ੍ਹਾਈ ਕਰਦੇ ਆ ਤਾਂ ਤੁਹਾਡਾ ਕਈ ਵਾਰੀ ਦਿਲ ਕਰਦਾ ਹੈ ਛੱਡ ਪਰਾਂ ਮੈਂ ਨਹੀਂ ਪੜ੍ਹਦੀ, ਠੀਕ ਹੈ, ਤਾਂ ਪੜ੍ਹਦੇ ਨਹੀਂ ਗੀ, ਤਾਂ ਉਹ ਤੁਹਾਨੂੰ ਕੌਣ ਪੜ੍ਹਾਈ ਤੋਂ ਤੁਹਾਨੂੰ ਕੌਣ ਰੋਕ ਰਿਹਾ? ਤੁਹਾਨੂੰ ਤੁਹਾਡਾ ਮਨ ਰੋਕ ਰਿਹਾ। ਤੁਸੀਂ ਕਹਿੰਦੇ ਮੇਰਾ ਪੜ੍ਹਨ ਨੂੰ ਮਨ ਨਹੀਂ ਕਰਦਾ, ਪਰੰਤੂ ਜਦੋਂ ਤੁਸੀਂ ਮਨ ਨੂੰ ਮਾਰ ਕੇ, ਮਨ ਦੇ ਨਾਲ ਲੜਾਈ ਕਰਕੇ ਵੀ ਨਹੀਂ ਮੇਰਾ ਪੜ੍ਹਨ ਨੂੰ ਜੀ ਕਿਉਂ ਨਹੀਂ ਕਰਦਾ, ਮੈਂ ਪੜ੍ਹ ਕੇ ਦਿਖਾਊਂਗੀ, ਤਾਂ ਉਸ ਵੇਲੇ ਮਨ ਤੁਹਾਡੇ ਅੱਗੇ ਹਾਰ ਮੰਨ ਲੈਂਦਾ ਹੈ। ਇਸ ਤਰ੍ਹਾਂ ਜਦੋਂ ਤੁਸੀਂ ਮਨ ਨੂੰ ਮਾਰ ਕੇ ਕੋਈ ਕੰਮ ਕਰਦੇ ਆ ਤਾਂ ਤੁਸੀਂ ਉਹਦੇ ਵਿੱਚ ਕੀ ਹੈ, ਜਿੱਤ ਹਾਸਲ ਕਰ ਲੈਂਦੇ ਆ, ਮਨ 'ਤੇ ਜਿੱਤ ਹਾਸਲ ਕਰ ਲੈਂਦੇ ਹੋ। ਇਹ ਮਨ ਹੀ ਹੈ ਜੋ ਮਨੁੱਖ ਨੂੰ ਉੱਚੇ ਉੱਚੇ ਮਹਿਲਾਂ ਦੇ ਸੁਪਨੇ ਦੇਖਣ ਲਈ ਮਜਬੂਰ ਕਰਦਾ ਹੈ, ਅਤੇ ਉਹ ਸੁਪਨੇ ਪੂਰੇ ਕਰਨ ਲਈ ਇਨਸਾਨ ਚੋਰੀਆਂ, ਠੱਗੀਆਂ, ਬੇਈਮਾਨੀਆਂ ਆਦਿ ਕਰਦਾ ਹੈ। ਤਾਂ ਜਿਸ ਤਰ੍ਹਾਂ ਇਹ ਇੱਛਾਵਾਂ ਇਹ ਵੱਧਦੀਆਂ ਜਾਂਦੀਆਂ, ਦੇਖੋ ਲਗਜ਼ਰੀ ਲਾਈਫ, ਵਧੀਆ ਲਾਈਫ ਤਾਂ ਹਰੇਕ ਨੂੰ ਚਾਹੀਦੀ ਹੁੰਦੀ ਹੈ। ਇਹ ਸਾਰੀਆਂ ਸਾਡੀਆਂ ਕੀ ਹੈ, ਇੱਛਾਵਾਂ ਹਨ, ਅਤੇ ਇੱਛਾਵਾਂ ਹੀ ਮਨੁੱਖ ਦੇ ਦੁੱਖਾਂ ਦਾ ਕਾਰਨ ਹਨ, ਕਿਉਂਕਿ ਇੱਛਾ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇੱਕ ਇੱਛਾ ਪੂਰੀ ਹੋਈ ਤਾਂ ਦੂਸਰੀ ਇੱਛਾ ਆਪਣੀ ਚਾਲੂ ਹੋ ਜਾਂਦੀ ਹੈ। ਇਸ ਦੇ ਲਈ ਇੱਛਾ ਪੂਰੀ ਕਰਨ ਦੇ ਲਈ ਇਨਸਾਨ ਜਿਹੜਾ ਹਰੇਕ ਨਜਾਇਜ਼ ਤੋਂ ਨਜਾਇਜ਼ ਤਰੀਕਾ ਵੀ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ, ਘਟੀਆ ਤੋਂ ਘਟੀਆ, ਵੀ ਜਲਦੀ ਤੋਂ ਜਲਦੀ ਮੈਂ ਅਮੀਰ ਹੋ ਜਾਵਾਂ, ਦੂਜੇ ਨਾਲੋਂ ਮੈਂ ਵਧੀਆ ਬਣ ਜਾਵਾਂ। ਇਸ ਦੇ ਲਈ ਉਹ ਝੂਠ, ਚੋਰੀਆਂ, ਠੱਗੀਆਂ, ਬੇਈਮਾਨੀਆਂ ਕਰਦਾ ਹੈ ਅਤੇ ਬਾਅਦ ਵਿੱਚ ਉਹ ਸਜ਼ਾ ਪਾਉਂਦਾ ਹੈ। ਜਦੋਂ ਉਸ ਨੂੰ ਸਜ਼ਾ ਮਿਲਦੀ ਹੈ ਤਾਂ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਮੈਨੂੰ ਕੀ ਹਾਸਲ ਹੋਇਆ। ਬੱਚਿਆਂ ਦੀ ਖਾਤਰ ਇਨਸਾਨ ਚੋਰੀਆਂ ਠੱਗੀਆਂ ਕਰਕੇ ਪੈਸਾ ਜੋੜਦਾ ਹੈ, ਪਰੰਤੂ ਬਾਅਦ ਵਿੱਚ ਜਦੋਂ ਉਹੀ ਬੱਚੇ ਨਿਕੰਮੇ ਬਣ ਜਾਂਦੇ ਹਨ ਤਾਂ ਫਿਰ ਉਸ ਵੇਲੇ ਇਨਸਾਨ ਸੋਚਦਾ ਹੈ ਕਿ ਇਹ ਪੈਸਾ ਮੇਰੇ ਕੰਮ ਨਹੀਂ ਆਇਆ, ਉਦੋਂ ਉਹ ਮਨ ਉੱਥੋਂ ਹਾਰ ਜਾਂਦਾ ਹੈ ਅਤੇ ਇਸ ਨਾਲ ਉਹ ਲੋਕਾਂ ਵਿੱਚ ਵੀ ਬਦਨਾਮ ਹੁੰਦਾ ਹੈ। ਸੁੱਖ ਨੂੰ ਪ੍ਰਾਪਤ ਕਰਨ ਲਈ ਉਹ ਥਾਂ ਥਾਂ ਟੱਕਰਾਂ ਮਾਰਦਾ ਹੈ ਅਤੇ ਲੋਕਾਂ ਦੀਆਂ ਖੁਸ਼ਾਮਦਾਂ ਕਰਦਾ ਹੈ। ਖੁਸ਼ਾਮਦਾਂ ਮਤਲਬ ਲੋਕਾਂ ਦੀ ਗੁਲਾਮੀ ਕਰਦਾ ਹੈ। ਇਸ ਤਰ੍ਹਾਂ ਮਨੁੱਖ ਆਪਣੀ ਇੱਛਾਵਾਂ ਦਾ ਗੁਲਾਮ ਹੋ ਕੇ ਖੁਦ ਹੀ ਦੁੱਖ ਸਹੇੜ ਲੈਂਦਾ ਹੈ। ਜੇ ਇਨਸਾਨ ਆਪਣੇ ਅੰਦਰ ਇੱਛਾ ਹੀ ਨਾ ਕੋਈ ਰੱਖੇ, ਇੱਛਾ ਦਾ ਮਤਲਬ ਇਹ ਨਹੀਂ ਹੈ ਹੁਣ ਤੁਸੀਂ ਪੜ੍ਹਾਈ ਦੀ ਇੱਛਾ ਨਾ ਰੱਖੋ, ਉਹ ਇੱਛਾ ਨਹੀਂ। ਇੱਛਾਵਾਂ ਹੁੰਦੀਆਂ ਹੈ ਜਿਹੜੀਆਂ ਆਪਣੀਆਂ ਸੰਸਾਰਿਕ ਲੋੜਾਂ ਨੂੰ ਪੂਰੀਆਂ ਕਰਨ ਲਈ, ਜਿਹੜੀ ਆਪਾਂ ਇੱਕ ਇੱਛਾ ਨੂੰ ਰੱਖ ਕੇ, ਦੇਖੋ ਰੋਟੀ, ਕੱਪੜਾ, ਮਕਾਨ, ਇਹ ਸਭ ਦੀਆਂ ਬੇਸਿਕ ਨੀਡਸ ਹੈ, ਇਹ ਜ਼ਰੂਰੀ ਨੀਡਸ ਹੈ, ਪਰੰਤੂ ਇਸ ਤੋਂ ਵੱਧ ਜੇ ਕੋਈ ਇੱਛਾ ਰੱਖਦਾ ਹੈ ਤਾਂ ਉਹ ਸਾਡੀਆਂ ਇੱਛਾਵਾਂ, ਸੰਸਾਰਿਕ ਇੱਛਾਵਾਂ ਹਨ। ਉਹਨਾਂ ਦੀ ਪੂਰਤੀ ਕਰਨ ਦੇ ਲਈ ਅਸੀਂ ਗਲਤ ਕੰਮ ਵੀ ਕਰਦੇ ਹਾਂ, ਅਸੀਂ ਦਿਨ ਰਾਤ ਭੱਜੇ ਵੀ ਫਿਰਦੇ ਹਾਂ, ਪਰੰਤੂ ਉਹ ਜਿਹੜੇ ਹੈ ਉਹ ਇੱਛਾਵਾਂ ਹੀ ਸਾਡੇ ਦੁੱਖ ਦਾ ਕਾਰਨ ਬਣ ਜਾਂਦੀਆਂ ਹਨ। ਇਸ ਕਰਕੇ ਗੁਰਬਾਣੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹੀ ਲਿਖਿਆ, ਸੁੱਕੇ ਹੇਤ ਬੁੱਧ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਕਹਿੰਦੇ ਜਿਹੜੇ ਇਨਸਾਨ ਆਪਣੀਆਂ ਸੁੱਖ ਹਾਸਲ ਕਰਨ ਦੇ ਲਈ ਉਹ ਲੋਕਾਂ ਦੀਆਂ ਖੁਸ਼ਾਮਦੀਆਂ ਕਰਦੇ ਹਨ, ਲੋਕਾਂ ਦੀਆਂ ਗੁਲਾਮੀਆਂ ਕਰਦੇ ਹਨ, ਕਹਿੰਦੇ ਉਹ ਬਾਅਦ ਵਿੱਚ ਬਹੁਤ ਦੁੱਖ ਪਾਉਂਦੇ ਹਨ, ਕਿਉਂਕਿ ਲੋਕਾਂ ਦੀਆਂ ਗੁਲਾਮੀਆਂ ਕਰਦੇ ਉਹਨਾਂ ਨੂੰ ਪਰਮਾਤਮਾ ਕਦੇ ਵੀ ਯਾਦ ਨਹੀਂ ਰਹਿੰਦਾ ਅਤੇ ਬਾਅਦ ਵਿੱਚ ਉਹ ਦੁੱਖ ਪਾਉਂਦੇ ਹਨ। ਇਸ ਤਰ੍ਹਾਂ ਮਨ 'ਤੇ ਕਾਬੂ ਪਾਉਣ ਦੇ ਲਾਭ। ਮਨ 'ਤੇ ਜੇ ਅਸੀਂ ਕਾਬੂ ਪਾ ਲਵਾਂਗੇ ਤਾਂ ਇਸ ਦਾ ਕੀ ਲਾਭ ਹੋਊਗਾ? ਮਨ 'ਤੇ ਕਾਬੂ ਪਾਉਣ ਨਾਲ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਹੈ। ਉਹ ਇੱਕ ਅਦੁੱਤੀ ਸ਼ਕਤੀ ਪ੍ਰਾਪਤ ਕਰਨ ਦੇ, ਜਦੋਂ ਇਨਸਾਨ, ਹੁਣ ਜਿਸ ਤਰ੍ਹਾਂ ਤੁਸੀਂ ਪੜ੍ਹਾਈ ਕਰਦੇ ਹੋ, ਤੁਹਾਡਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ, ਤਾਂ ਜੇ ਤੁਸੀਂ ਮਨ ਨੂੰ ਮਾਰ ਕੇ ਕਹੋ ਵੀ ਨਹੀਂ ਮੈਂ ਤਾਂ ਪੜ੍ਹਨਾ ਹੀ ਪੜ੍ਹਨਾ ਹੈ, ਜੇ ਮੈਂ ਇਹ ਚੈਪਟਰ ਕੰਪਲੀਟ ਕਰਨਾ ਹੀ ਕਰਨਾ ਹੈ, ਤਾਂ
थोड़ी देर तुहानूं मन तंग करूगा, परंतु बाद विच मन भी तुहाडे टिकाणे विच आ जाऊगा, क्योंकि मन तुहानूं नचांदा है। जे तुसीं मन ते कंट्रोल कर लिया तो मन तुहाडे कहणे दे विच भी आ जाएगा। अजिही शक्ति प्राप्त करन नाल इंसान बेमिसाल काम कर सकदा है। ਜਦੋਂ इंसान मन के मगर ना लग के अपने दिमाग तो काम लेंदा है ਅਤੇ ਉਸ ਤੇ ਅੱਗੇ मन भी हार जाता है तो एक ਵਧੀਆ तरीके ਦੇ ਨਾਲ ਕੰਮ ਨਿਬੇੜ ਲੈਂਦਾ है। मन ਤੇ ਕਾਬੂ ਪਾਉਣ ਨਾਲ ਮਨੁੱਖ ਨੂੰ ਅੰਦਰ ਕੀ ਆ ਜਾਂਦੀ ਹੈ, ਨੇਕੀ ਆ ਜਾਂਦੀ ਹੈ, ਕੁਰਬਾਨੀ ਆ ਜਾਂਦੀ ਹੈ, ਪਰਉਪਕਾਰ ਜਿਹੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ। ਉਹਨੂੰ ਕਿਸੇ ਨਾਲ ਈਰਖਾ ਸਾੜਾ नहीं ਹੁੰਦਾ, क्योंकि क्योंकि जो मन है, मन ही अपन ये नहीं कहता भी हाँ कोई इंसान मेरे तो अगे निकल जाए, परंतु जो असीं मन ते कंट्रोल पा लवांगे तो वो अपने अंदर नेकी की भावना पैदा हो जाती है। जिस तरह बच्चे तुसीं देखिया ही है, महाभारत विच दुर्योधन ने अपने मन ते काबू पा के हमेशा लिए जंग त्याग के हिंसावादी बन जाता, तो इन्ना खून खराबा। महाभारत जिन्होंने भी बच्चों ने देखा देखिया ही है भी ये सारा जिहड़ा महाभारत का युद्ध होया किस करके होया, दुर्योधन के करके होया। ओदी की लालसा सी, ओदा की लालच सी भी सारा राज भाग मैनूं कल्ले नूं ही मिले, परंतु जे वो अपनी इच्छावां नूं छड्ड के ਤਾਂ इस गल उन्हां दी गल नूं मन लैंदा, मन दे अधीन ना आंदा, तां अज इन्ना उहदा खून खराबा नहीं होना सीगा। ते परंतु उसने अपने मन के मगर लग के केवल अपना ही खून खराबा नहीं किया, बल्कि अपनी सारे भरावां दा सारा खानदान ही खत्म कर दिता। मन नूं जितण दे लाभ, जे असीं मन नूं क्यों जित्तीए दा की लाभ है? मन नूं जितना कोई बच्चों की खेड नहीं, क्योंकि मन आपां नूं एक काम नहीं छड्ड के सारा दिन ही आपां नूं पुट्ठे कम्मां विच लगाई रखता है, सारा दिन ही भड़काई फिरदा है। इस दे नाल की है, जिहड़े तपस्वियां ने जिस तरह तप कीते है, गृहस्थी जीवन का त्याग किया है, समाधियां लाइयां, वर्त रखे है, पर मन नूं ना जित सके। ये नहीं है भी मन नूं जितण वास्ते सानूं घर बार त्यागना पऊगा, जंगलों में जाके भगती करनी पऊगी, परंतु मन तो उत्थे भी तंग करदा है। उत्थे भी सानूं खाण लई रोटी चाहिए है, पहनण लई कपड़ा चाहिए, रहण लई मकान चाहिए, तो फिर इच्छावां तो उत्थे भी खत्म ना होईयां। इस करके मन नूं कंट्रोल करन दे लई सानूं घर बार त्यागण दी जां तप योग करन दी लोड़ नहीं। ये सारे साधन की है, व्यर्थ है। असी घरे रह के भी सारे परिवार दे विच रहिंदियां होइयां भी अपने मन ते काबू पा सकते हैं, क्योंकि ये सारे जे साधन असी करते हैं, तप करते हैं, घर बार छड्डते हैं, शरीर ते भस्म मलते हैं, ये नाल साडे शरीर ते बुरा प्रभाव पैंदा है, मन ते नहीं पैंदा। साडे शरीर ते तां असर पैंदा है, साडा शरीर ठीक है निर्मल हो जाता है, परंतु साडा मन निर्मल नहीं हुंदा। शरीर धोण दे नाल कहते जे हुण साबन नाल शरीर नूं धोई जावांगे तो शरीर की सुंदरता तो आ जाऊगी, पर मन जे मन के अंदरों खोट ही ना गया तो मन की पवित्रता कदे भी नहीं हो सकती। इस तरह सारंश श्री गुरु नानक देव जी ने किया है, ये प्रेरणा दी है, मूल्यवान प्रेरणा दी है कि अमल करके ही, गुरबाणी ते अमल करके ही असी अपना जीवन सफल बना सकते हैं और अपने देश कौम की बेहतरी लिए विशेष योगदान पा सकते हैं। इस तरह श्री गुरु नानक देव जी के ये कहने का मतलब है भी जिहड़ा ये सारा संसार अज दुखों का कारण बनया होया है, नानक दुखिया सब संसार, तो ये सारे दुखों का मेन कारण की है, साडा मन। जे असी अपने मन नूं कंट्रोल कर लवांगे, काबू कर लवांगे, तो यह अपने आप टिकाने ही आ जाएगा अते कदे भी इंसान नूं तंग नहीं करेगा। परंतु ये लिए सानूं की जरूरत है, अपनी अंदरली शक्ति नूं मजबूत करने की लोड़ है। आपां नूं मन दे नाल लड़ाई करनी पेगी। मन सानूं हरे काम तो, चंगे काम तो रोकेगा। मन इहदे अंदर अपने शरीर के अंदर दो शक्तियां होंदियां, एक दैवी शक्ति, एक दानव शक्ति। ਤਾਂ ਜਿਹੜਾ ਮਨ ਹੈ ਆਪਾਂ ਨੂੰ दैवी शक्ति, जे ਅਸੀਂ दैवी शक्ति मगर ला ਲੈਂਦਾ मन ਸਾਨੂੰ ਤਾਂ ਅਸੀਂ ਚੰਗੇ ਇਨਸਾਨ ਬਣ ਜਾਂਦੇ ਹਾਂ, परंतु जे दानव शक्ति के अंदर ला देंदा है तो असी की बन जाते हैं, बुरे इंसान बन जाते हैं। परंतु मन की कोशिश यही होंदी है कि सानू हमेशा दानव शक्ति के मगर ही लगाता है, तो असी बुरे इंसान, जिहड़ा इंसान इस चीज़ को समझ जाता है कि मैं मन के मगर लग के काम नहीं करना, वो इंसान चंगा इंसान बन जाता है। असी मन नूं काबू पाना सौखा नहीं, परंतु असी छोटिया छोटिया गल्लां तो अपनी कोशिश करके मन नूं काबू पाना सीख भी सकते हैं। इस तरह जिस इंसान ने मन नूं जित लेंदा है वो सारे संसार ते जित हासिल कर लेंदा है, परंतु शुरुआत सानू ही करनी पऊगी। जे असी कहिए भी असी दुनिया नूं सुधार दांगे, दुनिया नूं असी सुधार नहीं सकते। दुनिया नूं सुधारन तो पहलां सानू अपने आप नूं सुधारना पवेगा। जिसने अपने आप ते जित प्राप्त कर ली, उस इंसान ने सारे संसार की जित हासिल कर ली। बच्चे वो जिहड़ा लेख तुहानूं लिखवाया है, ये तुहानूं दस्सिया है, ये एक तुक है। इस तुक नूं तुसीं ध्यान नाल समझना है। जिस तरह मन जीते जग जीत,
मन जीते मतलब जिन्हें मन नूं जित लिया उन्हें इस जग नूं, इस संसार नूं जितना सुख है नहीं ना। इस संसार नूं जे जितना, जे तुसीं मन नूं जित लिया तो सारा संसार ही तुहाडे अंदर आ गया। तुहाडे अंदर एक अजिही शक्ति आ जाएगी, परंतु इसनूं समझण दी लोड़ है। तो उहदे विच आपां नूं ये ऐसे नूं पढ़ के तुसीं इस चीज़ नूं याद करना है, इसके पॉइंट्स याद करने हैं, तो कोशिश करिए इनूं लिख लओगे तो तुहानूं याद करना होर भी ज़्यादा सौखा हो जाएगा। इसकी जी जो भी लिखना है, जी भी कोई लाइन लिखनी है पूरी स्पष्ट होनी चाहिए ताकि हरेक चीज़ की समझ आ जाए। स्टार्टिंग भूमिका तो करनी है और लास्ट की है सारांश, इसका अंत जरूर लिखना भी अखीर ते ये तुक जिन्हां दी है वो तुक दे विच अखीर ते श्री गुरु नानक देव जी की कहना चाहते हैं। हाँ जी बेटे, इनू ध्यान नाल करना है क्योंकि सब तो ज़्यादा नंबरों का एक लेख ही हुंदा है। तो इस तो बाद आपां जो एक बार तुहानूं आदत बन जाऊगी लेख, क्योंकि हुण तक तो तुहानूं इन्हां विषयां ते ऐसे नहीं आएगी, परंतु हुण क्लास वड्डी होण करके तुहाडे इन्हां विषयां ते तुकां दे आधार पर जिहड़े ऐसे हैगे आ इन्हूं असीं करन दी कोशिश करांगे। जिवें जिवें तुसीं करोगे तुहानूं अपने आप ही इन्हां चीज़ां दी समझ आ जाएगी। हाँ जी बच्चे, इस तो बाद मैं इहदा जिहड़ा है स्क्रीन शॉट है मैं नैक्सट क्लास में तुहानूं भेज दूँगी। जिन्हां बच्चों को व्याकरण बुक है वो अपना उसनूं घरे देख के लिखणगे ना। मन जीते जग जीत लेख लिखणगे भी अते याद भी करनगे। धन्नवाद बेटे।